अस्सलाम वालेकुम ख़वातीन और हज़रात, वक्त होता है आपके हस्बे हाल का। मैं हूं जिसका मेज़बान जुनैद सलीम। और नाज़रीन, शो के आगाज़ में ही आपको लिए चलते हैं गांव की एक पंचायत की तरफ। जी अस्सलाम वालेकुम। वालेकुम सलाम जी। जुनैद साहब, पंचायतां पंचूतां ਅਸੀਂ ਮੁਕਾਤੀਆਂ ਜੀ। ਅਸੀਂ ਤੇ ਆਏ ਹਾਂ ਹੁਣ ਤੁਹਾਡੇ ਕੋਲੋਂ ਫੈਸਲਾ ਕਰਾਉਣ। ਅੱਛਾ, ਚੌਧਰੀ ਸਾਹਿਬ ਕੋਲੋਂ ਗੱਲ ਮੁੱਕਣੀ ਨਹੀਂ, ਲੰਬੜਦਾਰ ਜੀ ਕੋਲੋਂ। ਇਸ ਗੱਲੋਂ ਮੈਂ ਕਿਹਾ ਚਲੋ ਫਿਰ ਸ਼ਹਿਰ ਚੱਲ ਕੇ ਤੇ ਬਾਊ ਹੋਰੀ ਪੜ੍ਹੇ ਲਿਖੇ ਬੰਦੇ ਨੇ, ਉਹਨਾਂ ਨੂੰ ਆਪਣੀ ਗੱਲ ਦੱਸਦੇ ਆ। हुआ क्या है जैसा? ਉਹ ਵੇਖੋ ਨਾ ਬਾਊ ਜਨੇਜ ਜੀ, ਆ ਜਿਹੜੇ ਪਿੰਡਾਂ ਦੇ ਲੋਕਾਂ ਨੂੰ ਚਾਅ ਚੜੇ ਆ ਸ਼ਹਿਰ ਜਾਣ ਦੇ, ਮੈਂ ਇਹਨਾਂ ਨੂੰ ਕਹਿਣਾ ਨਾ ਜਾਓ। ਆ ਜਿਹੜੀ ਕਾਸ਼ਤਕਾਰੀ ਹੈ, ਜ਼ਰਾਤ ਹੈ, ਇਹ ਛਾਣ ਹੈ ਆਪਣੇ ਲੋਕਾਂ ਦੀ। ਬਈ ਇੱਥੋਂ ਜਿਹੜੀ ਪੈਲੀ ਚੋਂ ਫਸਲ ਉਗਦੀ ਹੈ, ਅਸੀਂ ਵੀ ਖਾਂਦੇ ਆ, ਸ਼ਹਿਰ ਵਾਲੇ ਵੀ ਖਾਂਦੇ ਆ। ਉਹ ਜੇ ਜ਼ਰਾਤ ਮੁੱਕ ਗਈ ਤੇ ਆਪਾਂ ਜਾਣਾ ਕਿੱਧਰ ਹੈ? तो जाना कौन चाह रहा है शहर? ਉਹ ਜਨਾਬ ਆਪਣੇ ਰਾਣਾ ਸਾਹਿਬ ਜਾਣਾ ਚਾਹ ਰਹੇ ਨੇ। खैर है। ਉਹ ਜੁਨੈਦ ਸਾਹਿਬ, ਜ਼ਿਹਨ 'ਚ ਖਿਆਲ ਆਵੇ ਕੋਈ ਬੰਦਾ ਤਰੱਕੀ ਕਰਨੀ ਚਾਹਵੇ ਤੇ ਉਹਨੂੰ ਕਿਉਂ ਡੱਕਿਆ ਜਾਏ। ਆ 2-3 ਦਿਨ ਪਹਿਲੇ ਠੰਡ ਜਰਾ ਬੜੀ ਪੈਣ ਡਈ ਸੀ ਤੇ ਅਸਾਂ ਦਾਬੜੇ 'ਚ ਲੱਕੜਾਂ ਬਾਲੀ ਆ ਤੇ ਦੋਵਾਂ ਪਿਓ ਪੁੱਤਰਾਂ ਹੀ ਪਿਆਲੀਆਂ ਚਾਹ ਦੀਆਂ ਫੜੀ ਆ ਤੇ ਮੈਨੂੰ ਸੁਰਕੀ ਲੈ ਕੇ ਰਾਣਾ ਸਾਹਿਬ ਕਹਿਣ ਲੱਗੇ, ਡੈਡੀ डैडी? ਮੈਂ ਕਿਹਾ ਅੱਲਾ ਖੈਰ ਕਰੇ। ਅੱਜ ਪਹਿਲੀ ਵਾਰੀ ਡੈਡੀ ਕਿਹਾ ਨੇ, ਮਾਸ਼ਾਅੱਲਾ ਵਿਆਹ ਨੂੰ ਤੇ 2.5 ਸਾਲ ਹੋ ਗਏ। ਮੈਂ ਕਿਹਾ ਬੇਟਾ ਜੀ ਹੁਕਮ ਕਰੋ, ਖੈਰ ਅਸਲ ਚਾਚਾ ਮੈਂ ਗੌਰ ਨਾਲ ਵੇਖਿਆ ਹੀ ਅੱਜ ਤੈਨੂੰ। ਅੱਲਾ ਤੇਰੀ ਖੈਰ ਕਰੇ ਪੁੱਤਰ, ਜਿਉਂਦਾ ਰਹੋ। ਅੱਲਾ ਪਾਕ ਤੇਰੀਆਂ ਸਲਾਮਤੀਆਂ ਕਰੇ, ਤੇਰੇ ਨਾਲ ਹੀ ਹੁਣ ਮੇਰੇ ਘਰ ਦੀਆਂ ਰੌਣਕਾਂ ਨਹੀਂ। ਤੇ ਆਂਦੇ ਡੈਡੀ ਮੈਂ ਅਗਰ ਲਾਹੌਰ ਸ਼ਿਫਟ ਹੋ ਜਾਵਾਂ ਤੇ ਤੁਹਾਡਾ ਕੀ ਖਿਆਲ ਹੈ? अच्छा। ਮੈਂ ਕਿਹਾ ਪੁੱਤਰਾ ਮੈਂ ਤਾਬੇਦਾਰ ਹਾਂ, ਹੁਕਮ ਕਰ, ਹੈ ਕੀ ਗੱਲ ਕੀ ਏ? ਮੁੱਦਾ ਤੇ ਦੱਸ ਮੈਨੂੰ ਖੁੱਲ ਕੇ। ਆਂਦੇ ਗੱਲ ਸੁਣੋ, ਕਿੰਨੀ ਕੁ ਦੇਰ ਪਿੰਡ 'ਚ ਖੱਜਲ ਹੁੰਦੇ ਫਿਰਾਂਗੇ। ਲਾਹੌਰ ਸ਼ਿਫਟ ਹੋ ਕੇ ਤੇ ਕੋਈ ਤਰੱਕੀ ਕਰੀਏ, ਕੋਈ ਸਕੀਮਾਂ ਸੋਚੀਏ। स्कीम तो हर बंदा सोच लेता है, लेकिन राणा साहब के पास कोई हुनर, कोई स्किल है? ਹੁਨਰ ਤੇ ਇਹੋ ਜਿਹਾ ਜੇ ਜੁਨੈਦ ਸਾਹਿਬ, ਪਿਆਜ਼ ਬੜਾ ਬਰੀਕ ਕੱਟਦੇ ਜੇ। ਤੇ ਆਂਦੇ ਬਈ ਇਹ ਲਾਹੌਰ ਜਿਸ ਤਰ੍ਹਾਂ ਹੋਟਲਾਂ ਨਾਲ ਭਰ ਗਿਆ, ਉਹ ਮੈਨੂੰ ਤੇ ਮਿੰਟ ਦੀ ਵੇਲ ਨਹੀਂ ਹੋਣੀ। ਉਹ ਬਾਊ ਜੀ ਰੋਜ਼ੀ ਰੋਟੀ ਤੇ ਅੱਲਾ ਦਿੰਦਾ, ਮੈਨੂੰ ਉਹਦੀ ਪਰਵਾਹ ਨਹੀਂ। ਸ਼ਹਿਰ ਗੱਲ ਇਹ ਹੈ ਕਿ ਮੈਨੂੰ ਬੰਦਾ ਬੰਦਾ ਰਾਣਾ ਕਹਿੰਦਾ, ਬੱਚਾ ਬੱਚਾ ਰਾਣਾ ਕਹਿੰਦਾ। अच्छा। ਰਾਣੇ ਕੋਠੇ ਤੋਂ ਮੰਜੀ ਲਾ ਲਿਆ, ਰਾਣੇ ਸੁੱਕਣੇ ਕੱਪੜੇ ਪਾਏ ਲਾ ਦੇ, ਰਾਣੇ ਚਾਰੇ ਕੁਰਸੀਆਂ ਚੁੱਕ ਲਿਆ ਇਧਰ। ਰਾਣਾ ਜ਼ਰਾ ਪਿੰਨੀ ਨੂੰ ਪੱਕਾ ਹੱਥ ਪਾ, ਜ਼ਰਾ ਸਿਰ 'ਚ ਤੇਲ ਵੀ ਪਾ। ਰਾਣਾ ਰਾਣਾ ਕਿਹਾ ਉਹਨਾਂ ਨੇ ਮੈਨੂੰ। ਉਹ ਪੁੱਤਰ ਦੇਖੋ, ਆ ਘੁੱਟਣਾ ਕਿਸੇ ਨੂੰ ਤੇ ਇੱਕ ਖਿਦਮਤ ਹੈ। ਸ਼ਹਿਰ ਜਾ ਕੇ ਰਾਣਾ ਕੁਹਾ ਲੈਣਾ ਹੀ ਰਮਜ਼ ਹੈ। बड़ी बात है, बड़ी। ਜੀ ਉਹ ਚਾਚਾ, ਤੇਰਾ ਜੋੜ ਹੀ ਕੋਈ ਨਹੀਂ, ਤੇਰੇ ਵਰਗਾ ਹੈ ਹੀ ਨਹੀਂ ਕੋਈ ਦੁਨੀਆ ਤੇ। ਨਾ ਕਿਸੇ ਦਾ ਮੂੰਹ ਇੰਝ ਹੋਣਾ ਤੇ ਨਾ ਤੇਰੇ ਵਰਗਾ ਹੋਣਾ ਕੋਈ। ਅੱਲਾ ਤੇਰੀਆਂ ਪੁੱਤਰ ਤਰੱਕੀਆਂ ਕਰੇ, ਜ਼ਿੰਦਗੀਆਂ ਕਰੇ। ਗੱਲ ਇਹ ਵੇ ਜੀ, ਮੇਰਾ ਤੇ ਪੁੱਤਰ ਮੈਨੂੰ ਤੇ ਇਹਨੇ ਜੋ ਕਹਿਣਾ ਮੈਂ ਤੇ ਮਗਰ ਖਲੋਤਾ। अच्छा। ਇਹ ਆਂਦਾ ਮੈਂ ਸ਼ਹਿਰ ਜਾਣਾ ਤੇ ਮੈਂ ਉਹਨੂੰ ਭੇਜ ਕੇ ਛੱਡਣਾ। ये सिर्फ प्याज बारीक काटने का हुनर लेके ही शहर चले जाएगा। ਨਹੀਂ ਜੀ, ਹੋਰ ਮਾਸ਼ਾਅੱਲਾ ਬੜੇ ਕੰਮ ਆਉਂਦੇ ਨੇ। ਆ ਸੂਈ ਗੈਸ ਦਾ ਟੋਇਆ ਐਸਾ ਸਿੱਧਾ ਮਾਰਦਾ ਜੇ ਰਾਣਾ। ਉਹਦੇ ਸਭ ਤੋਂ ਅਹਿਮ ਗੱਲ ਇਹ ਹੁੰਦੀ ਹੈ ਸੂਈ ਗੈਸ ਦਾ ਪੈਪ ਵਿਛਾਣ 'ਚ। ਜੇ ਟੋਇਆ ਵਿੰਗਾ ਵੱਜ ਜਾਵੇ ਤੇ ਪੈਪ ਵਿੰਗਾ ਹੋ ਜਾਂਦਾ ਹੈ, ਪੈਪ ਵਿੰਗਾ ਹੋ ਜਾਵੇ ਤੇ ਗੈਸ ਲੀਕ ਹੋ ਜਾਂਦੀ। ਪੈਪ ਵਿੰਗਾ ਹੋਵੇ ਤੇ ਗੈਸ ਲੀਕ ਹੋ ਜਾਂਦੀ ਆ, ਮੂੰਹ ਵਿੰਗਾ ਹੋਵੇ ਤੇ ਐਵੇਂ ਗੱਲ ਨਿਕਲ ਜਾਂਦੀ ਹੈ। ਜਨਾਬ, ਜਦੋਂ ਦੀ ਤਾਏ ਨੇ ਇਸ ਬੰਦੇ ਨਾਲ ਰਿਸ਼ਤੇਦਾਰੀ ਕੀਤੀ ਹੈ ਨਾ, ਹਰ ਪੁੱਠੇ ਕੰਮ ਤਾਏ ਨੂੰ ਇਹ ਦੱਸਦਾ ਹੀ। ਅੱਗੋ ਯਾ ਕਰਿਆ ਕਰ, ਚਵਲੇ ਜਈਏ, ਤੇਰਾ ਭਣੂਜਾ ਲੱਗਦਾ ਏ। ਕੋਈ ਸ਼ਰਮ ਕਰਿਆ ਕਰ। ਲੜਾਈ ਆਪਣੀ ਥਾਂ ਤੇ, ਰਿਸ਼ਤੇਦਾਰੀ ਜਿਹੜੀ ਹੈ ਸਾਕਾਦਾਰੀ ਉਹ ਆਪਣੀ ਥਾਂ ਤੇ। ਹੋਰ ਕੁਝ ਨਹੀਂ। ਮੂੰਹ ਬਕਵਾਸ ਕਰਨ ਤੋਂ ਪਹਿਲੇ ਚਲੋ ਧਿਆਨ ਹੀ ਮਾਰ ਲਿਆ ਕਰੋ, ਸ਼ਕਲ ਹੀ ਵੇਖ ਲਿਆ ਕਰੋ ਰਾਣਾ ਸਾਹਿਬ ਦੀ। ਅੱਬਾ ਤੂੰ ਆਪੇ ਧਿਆਨ ਪਾਉਣ ਡਿਆ। ਪੁੱਤਰ ਚੰਨ ਲੱਗਣ ਡੇ ਹੈ, ਜ਼ਿਆਦਾ ਲੱਗਣ ਡੇ ਹੈ। ਅੱਲਾ ਤੇਰੀਆਂ ਖੈਰਾਂ ਕਰੇ ਪੁੱਤਰ। ਭਾਈਆ ਤੂੰ ਲਾਈ ਐ ਐਨਕ, ਤੂੰ ਵੇਖ ਜਿਸ ਤਰ੍ਹਾਂ ਵੈਲਡਿੰਗ ਹੁੰਦੀ ਹੋਵੇ ਨਾ ਤੇ ਲਸ਼ਕਾਰਾ ਅੱਖਾਂ ਨੂੰ ਪੈਂਦਾ ਨਾ, ਇਸ ਤਰ੍ਹਾਂ ਤੇਰਾ ਜਵਾਈ ਅੱਖਾਂ ਨੂੰ ਪੈਂਦਾ। ਚਵਲੋ ਜੀਓ, ਤੁਸੀਂ ਵੀ ਲੈ ਲਵੋ ਐਨਕਾਂ। ਹੁਣ ਤੁਹਾਡੀਆਂ 20-20 ਰੁਪਏ ਦੀਆਂ ਐਨਕਾਂ ਪਿੱਛੇ ਮੈਂ ਆਪਣਾ ਕਰੋੜਾਂ ਦਾ ਜਵਾਈ ਛੱਡ ਦਿਆਂ। ਕਰੋੜਾਂ ਦਾ ਜਵਾਈ ਉਹ ਤਾਇਆ ਜੇ ਦਾ ਥੋੜਾ ਬਹੁਤ ਮੁੱਲ ਪੈਂਦਾ ਤੇ ਪਿੰਡ 'ਚ ਪੈਂਦਾ। ਜੇ ਇਹ ਪਿੰਡੋਂ ਸ਼ਹਿਰ ਤੁਰ ਗਿਆ ਤੇ ਪਿੱਛੇ ਭੰਨ ਸਵਾਈ ਕੌਣ ਕਰੇਗਾ? ਲੈ ਵੀ ਇੱਕ ਗੱਲ ਮੈਂ ਤੈਨੂੰ ਦੱਸ ਛੱਡਾਂ, ਇਹਨੇ ਸ਼ਹਿਰ ਜ਼ਰੂਰ ਜਾਣਾ ਹੀ ਹੈ। ਇਹ ਰਾਣਾ ਸ਼ਹਿਰ ਜਾਵੇ ਹੀ ਜਾਵੇ। ਉਹ ਭੱਲ ਸਵਾਈ ਤੁਹਾਡੀ ਆ ਕੇ ਕਰਦੇ ਕਰੇਗਾ ਮਹੀਨਾ ਡੇਢ। ਇੱਥੇ ਨਹੀਂ ਜਾਉਣੇ ਨੇ ਰਾਣਾ।
ਜੀ ਉਹ ਚਾਚਾ ਫੈਸਲਾ ਤੇਰੇ ਵਰਗਾ ਕੋਈ ਨਹੀਂ ਕਰਦਾ ਤੇ ਭਲ ਸਫਾਈ ਮੇਰੇ ਵਰਗੀ ਨਹੀਂ ਕਰਦਾ ਕੋਈ। ਬਾਊ ਜੀ ਮੇਰੀ ਭਲ ਸਫਾਈ ਕੀਤੀ ਹੋਈ ਦੱਸਣ ਤੋਂ ਬਗੈਰ ਬੰਦਾ ਕਹਿ ਦਿੰਦਾ ਵੀ ਇਹ ਰਾਣਾ ਸਾਹਿਬ ਦੀ ਹੋਈ ਹੈ ਸਫਾਈ। ਕਿਆ ਬਾਤ ਹੈ। ਮੈਂ ਨਾ ਰਾਣਾ ਪੁੱਤਰ ਇਹਨਾਂ ਨੂੰ ਇਹੋ ਹੀ ਤੇ ਚਵਲਾਂ ਨੂੰ ਦੁੱਖ ਹੀ ਇਹੋ ਹੀ ਤੇ ਸਾੜਾ ਹੀ ਕਿ ਰਾਣੇ ਵਰਗਾ। ਮੈਂ ਤਾਂ ਪੁੱਤਰ ਮੈਂ ਅੱਲਾ ਜਾਣਦਾ ਸਿਰਫ ਇਸ ਗੱਲੋਂ ਕਿ ਅਸੀਂ ਸ਼ਰੀਫ ਲੋਕ ਆ। ਛੱਡੇ ਲਾ ਛੱਡਾਂ ਮੈਂ ਇਹਨਾਂ ਦੇ। ਮੈਂ 2 ਮਿੰਟ ਤੋਂ ਪਹਿਲੇ ਮੈਂ ਲੜ ਪੈਣਾ ਹੁੰਦਾ, ਇਹਨਾਂ ਨੂੰ ਪਤਾ ਨਹੀਂ ਮੇਰਾ। ਤੇਰੀ ਵਜ੍ਹਾ ਤੋਂ ਚਾਚਾ ਮੈਂ ਨਹੀਂ ਲੜਦਾ, ਵਰਨਾ ਮੈਂ ਤੇ ਇਹਨਾਂ ਨੂੰ ਫੜ ਲਵਾਂ। ਮੈਂ ਉਹਦਾ ਚਾਚੇ ਦੀ ਇੱਕੋ ਹੀ ਲੱਤ ਆ, ਇਹ ਵੀ ਨਾ ਰਹੀ ਤੇ ਕੀ ਬਣੇਗਾ ਚਾਚੇ ਦਾ। ਚਾਚਾ ਇੰਜ ਫਿਰਦਾ ਕਿੱਡਾ ਬੁਰਾ ਲੱਗੇਗਾ। ਬਸ ਆਜੇ ਨਾ ਗਾਂ ਜੋਗਾ ਨਾ ਗਾਂ ਜੋਗਾ ਨਾ। ਮੈਂ ਚਾਚਾ ਪੁੱਤਰ ਮੇਰਾ ਸਾਹਸ ਤੂੰ ਹੀ ਕਰਨਾ ਹੈ। ਇਹਨਾਂ ਚਵਲਾਂ ਜੀਆਂ ਨੂੰ ਕੀ ਪਤਾ ਹੋਵੇ। ਇਹ ਪਿੰਡਾਂ ਵਾਲੇ ਗੱਲ ਇਹ ਆ ਕਿ ਸਿਰਫ ਸ਼ਹਿਰਾਂ 'ਚ ਨਹੀਂ, ਹੁਣ ਹਸਦ ਪਿੰਡਾਂ 'ਚ ਵੀ ਵੜ ਗਏ ਆ। ਜਿਹੜੀ ਤੇਰੇ ਰਾਣਾ ਕਹਿਣ ਨਾਲ ਠੰਡ ਪੈਂਦੀ ਨਾ ਚਾਚਾ, ਮੈਨੂੰ ਜ਼ਿੰਦਗੀ ਦੀ ਕੋਈ ਪਰਵਾਹ ਆ ਤੇ ਨਹੀਂ। ਨਹੀਂ ਰਾਣਾ ਕਹਿੰਦੇ ਨੇ, ਫਿਰ ਨੁਕਸਾਨ ਵੀ ਤਾਂ ਹੁੰਦਾ ਨਾ। ਆ ਕੁਝ ਦਿਨ ਪਹਿਲੇ ਚੌਰੀ ਨੂੰ ਸੱਪ ਲੜਿਆ ਜੀ, ਪਰ ਉਹ ਰਾਣਾ ਸਾਹਿਬ ਲੰਘਣ ਡੇ ਹਨ। ਓਏ ਅੱਛੂ ਮੈਨੂੰ ਫੜ ਲੈ, ਓਏ ਅੱਛੂ, ਓਏ ਅੱਛੂ। ਮੈਂ ਕਹਿ ਛੱਡਿਆ ਜਿਹੜਾ ਅੱਛੂ ਕਵੇ ਉਹਦੀ ਗੱਲ ਹੀ ਨਾ ਸੁਣ। ਰਾਣਾ ਸਾਹਿਬ ਕਹਿ ਕੇ ਜਿਹੜਾ ਬਾਤ ਮਾਰਦੇ ਉਹਦੀ ਗੱਲ ਸੁਣ ਲੈ। ਸੱਪ ਲੜਿਆ, ਉਹ ਸੱਪ ਦਾ ਦੰਦ ਕਿਧਰੇ ਚੌਰੀ ਦੀ ਧੋਤੀ ਨਾਲ ਲੜ ਗਿਆ। ਸੱਪ ਵੱਡਾ ਤੇ ਚੌਰੀ ਛੋਟਾ। ਸੱਪ ਫਿਰ ਧਰੂ ਕੇ ਲੈ ਗਿਆ ਪਰਾਂ ਖੇਤਾਂ 'ਚ। ਉਹ ਪਲਸੇਟੇ ਮਾਰੇ ਨੇ ਸੱਪ ਨੇ ਚੌਰੀ ਦੇ। ਅੱਧੇ ਘੰਟੇ ਬਾਅਦ ਚੌਰੀ ਦੀ ਧੋਤੀ ਸ਼ੋਤੀ ਸਾਰੀ ਸੱਪ ਤੇ ਚੌਰੀ ਨੰਗਾ। ਬਾਅਦ ਚ ਲੋਕਾਂ ਨੂੰ ਪਤਾ ਹੀ ਨਾ ਲੱਗੇ, ਸਮਝ ਹੀ ਨਾ ਲੱਗੇ ਸੱਪ ਕਿਹੜਾ ਤੇ ਚੌਰੀ ਕਿਹੜਾ। ਲੋਕੀ ਮਾਰਨ ਸੱਪ ਨੂੰ ਸੋਟੇ ਤੇ ਵੱਜਣ ਚੌਰੀ ਦੇ ਹਿੱਕ 'ਚ। ਚੌਰੀ ਮਾਰੇ ਚਾਂਗਰਾਂ ਤੇ ਸੱਪ ਡਰ ਕੇ ਹੋਰ ਭੁੜਕੇ। ਮੈਂ ਕਿਹਾ ਹੋਰ ਨਾ ਕਹੋ ਰਾਣਾ ਸਾਹਿਬ। ਮੈਂ ਨਾ ਬਾਊ ਜੀ ਪੂਰੇ ਪਿੰਡ 'ਚ ਸਿਰਫ ਰਾਣਾ ਸਾਹਿਬ ਨੇ ਜਿਹੜੇ ਸਭ ਦਾ ਖਿਆਲ ਰੱਖਦੇ। ਕੋਈ ਕਿਸੇ ਦਾ ਘੋੜਾ ਕੁੱਤਾ ਖੋਤਾ ਬਿਮਾਰ ਹੋ ਜਾਏ, ਸਾਰੀ ਰਾਤ ਰਾਣਾ ਸਾਹਿਬ ਜਾਨਵਰ ਦੇ ਸਰਾਣੇ ਨਹੀਂ ਉੱਠਦੇ। जानवर भी एहसान फरामोश नहीं होता ना। जब राणा साहब बीमार होते होंगे वही जानवर राणा साहब के सराहने से नहीं उठते होंगे। ਆ ਜਿਹੜੇ ਦੋਵੇਂ ਪਿਓ ਪੁੱਤਰ ਆ, ਮੇਰਾ ਸਕਾ ਭਰਾ ਤੇ ਭਤੀਜਾ, ਜਿਹੜੇ ਦਿਲ ਚੋਂ ਸ਼ਰੀਕਾ ਨਹੀਂ ਕੱਢਦੇ, ਇਹਨਾਂ ਕੋਲੋਂ ਜਰਾ ਪੁੱਛੋ। ਇਹਨਾਂ ਦੀ ਮੱਝ ਬਿਮਾਰ ਹੋਈ ਸੀ, ਰਾਣਾ ਸਾਹਿਬ ਸਾਰੀ ਰਾਤ ਮੱਝ ਦੇ ਕਿੱਲੇ ਕੋਲੋਂ ਨਹੀਂ ਉੱਠੇ। तो भैंस को सारी रात की शक नहीं पड़ा कि उसका कट्टा है या राणा साहब। ਨਹੀਂ ਜੀ ਕੱਟਾ ਉਹਦਾ ਤੇ ਸੱਕਾ ਖੂਨ ਪਰਾਂ ਸੌਂ ਰਿਹਾ ਹਜੇ ਤੇ ਰਾਣਾ ਜਾਗਣ ਡਿਆ ਸੀ। ਰਾਣਾ ਕਿੱਲੇ ਕੋਲੋਂ ਨਹੀਂ ਹਟਿਆ। ਇਹਨਾਂ ਚਵਲਾਂ ਸਵੇਰੇ ਉੱਠ ਕੇ ਰਾਣਾ ਕੁੱਟ ਛੱਡਿਆ। ਆਂਦੇ ਤੂੰ ਮੱਝ ਖੋਲ ਕੇ ਖੜਨ ਲਗਾ ਸਾਡੀ। ਜਦੋਂ ਇਹਦਾ ਕੋਈ ਖਿਆਲ ਕਰੋ, ਕੋਈ ਯਾਦ ਕਰੋ। ਚਾਚਾ ਜਦੋਂ ਮੈਨੂੰ ਇਹ ਕੁੱਟਣ ਡੇ ਹਨ ਉਦੋਂ ਹੀ ਕਹਿ ਦਿੰਦੇ ਵੀ ਰਾਣਾ ਮੱਝ ਖੋਲਣ ਲੱਗਾ ਸੀ। ਉਦੋਂ ਵੀ ਨਹੀਂ ਕਿਹਾ, ਉਦੋਂ ਵੀ ਇਹੀ ਕਹਿੰਦੇ ਨੇ ਅੱਛੂ ਮੱਝ ਖੋਲਣ ਲੱਗਾ ਸੀ, ਫੜੋ ਅੱਛੂ ਨੂੰ, ਮਾਰੋ ਅੱਛੂ ਨੂੰ। ਵੀ ਤੁਸੀਂ ਕਹੋ ਵੀ ਰਾਣੇ ਨੂੰ ਲੰਮਿਆ ਪਾ ਲਓ ਇੱਥੇ। चलो देखिए, आप सिर्फ राणा साहब की मोहब्बत की वजह से इस संगीन मामले से तवज्जो ना हटाएं अपनी। ये बहुत सीरियस इशू है। ये जो देहातों से शहरों की तरफ आबादी का इंतकाल है तेजी के साथ बढ़ता हुआ, ये बहुत बड़ा मसला बन गया है। देहात में लेबर नहीं मिलेगी कुछ सालों के बाद। अभी कुछ साल पहले तक ये जो तनासुब था, 30% आबादी जो थी हमारी वो शहरों में रहती थी, 70% देहातों में थी। आज ये तनासुब 50-50 हो गया और 2025 तक रिवर्स हो जाएगा। यानी 70% आबादी जो होगी वो शहरों में और सिर्फ 30% आबादी जो है देहातों में रह जाएगी। ਪਰ ਗੱਲ ਇਹ ਵੇ ਬਾਊ ਜੀ, ਹੁਣ ਤੁਹਾਂ ਆਪਣੀ 70% ਪਿੰਡ ਦੀ ਆਬਾਦੀ ਮੇਰੇ ਰਾਣੇ ਨਾਲ ਹੀ ਤਾਂ ਨਹੀਂ ਨਾ ਪੂਰੀ ਕਰਨੀ। ਹੁਣ ਰਾਣਾ ਸਾਹਿਬ ਵਰਗੇ ਜਿਹੜੇ ਮਾਡਰਨ ਆਦਮੀ ਨੇ, ਹੀਰੋ ਟਾਈਪ ਬੰਦੇ ਨੇ, ਉਹ ਪਿੰਡਾਂ 'ਚ ਕੀ ਕਰਨ? ਕੋਈ ਹੈ ਸਹੂਲਤ ਪਿੰਡ 'ਚ? ਰਾਣਾ ਤੇ ਮੈਂ ਸਪੋਰਟਸ ਮਾਡਲ ਰੱਖਣੀ ਹੈ, ਮੋਟਰਸਾਈਕਲ, ਉਹਦਾ ਮਿਸਤਰੀ ਪਿੰਡ 'ਚ ਲੱਭਦਾ ਜੇ। ਮੈਂ ਆਪਣੇ ਜਬਾਈ ਦੇ ਛੋਕ ਵੀ ਤਾਂ ਵੇਖ, ਸਪੋਰਟਸ ਬੈਕ ਰੱਖਣੀ ਹੈ। ਸਾਰੀ ਜ਼ਿੰਦਗੀ ਇਹਦੇ ਕੋਲ ਉਹ ਸਾਈਕਲ ਰਿਹਾ ਜਿਹਦੇ ਚੱਕੇ 'ਚ ਪੈਰ ਦੇ ਕੇ ਬ੍ਰੇਕ ਲਾਈ ਦੀ ਸੀ। ਇਹ ਚੌਰੀ ਨੂੰ ਚਾਚਾ ਕਿਸੇ ਨੇ ਦੱਸਿਆ ਆ ਟਾਇਰ 'ਚ ਪੈਰ ਦਿੰਦਾ, ਇਹਨਾਂ ਦੱਸਿਆ ਸ਼ਰੀਕਾ। ਉਹ ਛੱਡ ਦੇ ਇਹਨਾਂ ਨੂੰ, ਤੂੰ ਇਹ ਨਾਲ ਵੇਖ ਹੀ ਨਾ ਪੁੱਤਰ। ਇੱਕੋ ਗੱਲ ਹੀ ਨਹੀਂ ਸੋਚਦੀ ਹੁੰਦੀ ਲੰਬੜਦਾਰ ਜੀ। ਆ ਪਿੰਡ ਦੇ ਦਰਜੀ ਨੂੰ ਸਵਾਏ ਤੰਬੀ ਕੁੜਤੇ ਤੋਂ ਹੋਰ ਕੋਈ ਸਿੰਗੜਾ ਹੀ ਨਹੀਂ ਆਉਂਦਾ। ਰਾਣਾ ਨੂੰ ਪੈਂਟ ਸਵਾਨ ਸ਼ਹਿਰ ਜਾਏ ਕਰੇ, ਇਹ ਤੂੰ ਚੰਗਾ ਨਹੀਂ ਸ਼ਹਿਰ ਆਪ ਸ਼ਿਫਟ ਹੋ ਜਾਵੇ। अच्छा, राणा साहब पैंट शर्ट पहनते हैं? ਆਹੋ ਜੀ, ਕਦੀ ਪੀਲੀ ਸ਼ਰਟ ਤੇ ਲਾਲ ਪੈਂਟ ਪਾਉਂਦੇ ਨੇ। ਜਦੋਂ ਪੀਲੇ ਭੂੰਡਾਂ ਦਾ ਮੌਸਮ ਨਹੀਂ ਹੁੰਦਾ ਸੌਣ ਭਾਦਰੋਂ। ਹਾਂਜੀ, ਜਾਂ ਉਸ ਦਿਨ ਪੈਂਟ ਬਨਿਆਨ ਪਾਉਂਦੇ ਆ ਜਿਸ ਦਿਨ ਕਿਸੇ ਦਾ ਘਰ ਰੰਗ ਰੋਗਨ ਕਰਨਾ ਹੋਵੇ।
ਜਾਂ ਉਸ ਦਿਨ ਪਾਉਂਦੇ ਨੇ ਜਿਸ ਦਿਨ ਬਿਜਲੀ ਦਾ ਬਿੱਲ ਜਮ੍ਹਾਂ ਕਰਾਉਣਾ ਹੁੰਦਾ ਇਹ ਐਵੇਂ ਬਕਵਾਸ ਨਾ ਕਰ। ਚਵੜੋ ਜਈਆ ਪਿਛਲੇ ਜਦੋਂ ਹਨੇਰੀ ਚੱਲੀ ਸੀ, ਰੱਬ ਦੀ ਰਹਿਮਤ ਨਾਲ ਖੂਹ ਚੋਂ ਛਾਪਰ ਕੱਢਣ ਵਾਸਤੇ ਵੀ ਰਾਣਾ ਪੈਂਟ ਪਾ ਕੇ ਲੱਤਾ ਸੀ। ਬਾਊ ਜੀ ਮੈਂ ਦੱਸਣਾ ਤੁਹਾਨੂੰ ਪੈਂਟ ਮੈਂ ਕਦੋਂ ਪਾਉਣਾ। ਜਦੋਂ ਪਿੰਡ ਤਮਾਸ਼ਾ ਹੁੰਦਾ ਨਾ ਉਦੋਂ ਮੈਂ ਪੈਂਟ ਸ਼ਰਟ ਪਾਉਣਾ, ਮਦਾਰੀ ਦੇ ਸਾਹਮਣੇ ਬਹਿੰਦਾ ਕੋਈ ਨਹੀਂ, ਮੈਂ ਬਹਿਣਾ। ਚਾਚਾ ਤੇਰਾ ਜਵਾਈ ਬੰਦਾ ਸਾਰੇ ਪਿੰਡ ਚੋਂ। ਮੈਨੂੰ ਪਤਾ ਪੁੱਤਰ, ਤੂੰ ਕਦੀ ਵੇਖੀ ਨਹੀਂ ਬਾਂਦਰ ਛੋਟਾ ਕਿ ਵੱਡਾ। ਮਦਾਰੀ ਦੇ ਮੂੰਹੋਂ ਹੀ ਨਿਕਲਿਆ ਲੜੇਗਾ, ਰਾਣੇ ਨੇ ਫੱਟ ਛਾਲ ਮਾਰੀ ਹੈ ਲੜਾਂਗਾ। ਗੱਲ ਇਹ ਵੇ ਆਪਣਾ ਬਾਊ ਜੀ, ਪਿੰਡਾਂ 'ਚ ਸਹੂਲਤਾਂ ਹੀ ਕੋਈ ਨਹੀਂ। ਵੇਖੋ ਨਾ ਰਾਣਾ ਸਾਹਿਬ ਸੋਚਦੇ ਨੇ ਗਹਿਰੀ ਸੋਚ। ਅੱਲਾ ਜ਼ਿੰਦਗੀਆਂ ਕਰੇ ਨੇ, ਤੂੰ ਸਿਆਣਾ ਮੁੰਡਾ ਨਹੀਂ ਜੇ ਮੈਂ ਵੇਖਿਆ ਪਿੰਡ 'ਚ। ਇਹ ਆਂਦੇ ਨੇ ਅੱਬਾ ਜੀ ਕੱਲ ਕਲਾ ਨੂੰ ਬੱਚੇ ਮੇਰੇ ਵੱਡੇ ਹੋਣੇ ਨੇ, ਉਹਨਾਂ ਨੂੰ ਸਕੂਲਾਂ ਕਾਲਜਾਂ 'ਚ ਜਾਣਾ ਹੈ, ਇੱਥੇ ਪਿੰਡ 'ਚ ਸਕੂਲ ਹੀ ਕੋਈ ਨਹੀਂ। ਹੁਣ ਰਾਣਾ ਜਿਹੜਾ ਇੰਨਾ ਹੁਣ ਤਿਆਰੀ ਸ਼ਹਿਰੀ ਫੜ ਕੇ ਵੀ ਤੇ ਪਿੰਡਾਂ ਦੇ ਸਕੂਲਾਂ 'ਚ ਬੱਚੇ ਪਾ ਦੇਵੇ। ਆਂਦੇ ਰਾਣਾ ਅੱਬਾ ਜੀ ਮੈਂ ਐਨਕ ਲਾਈ ਕਾਹਦੇ ਲਈ ਜੇ ਮੇਰੇ ਬੱਚੇ ਅੰਗਰੇਜ਼ੀ ਨਾ ਬੋਲਣ। ਫਿੱਟੇ ਮੂੰਹ ਮੇਰੇ ਸੈਂਡਕ ਦਾ। ਉੱਤੋਂ ਜਨੈਲ ਸਾਹਿਬ ਪੂਰੇ ਪਿੰਡ 'ਚ ਬੂਟੀ ਪਾਰਲਰ ਹੀ ਕੋਈ ਨਹੀਂ। ਰਾਣਾ ਸਾਹਿਬ ਆਂਦੇ ਨੇ ਅੱਬਾ ਜੀ ਗੱਲ ਸੁਣੋ, ਇੱਥੇ ਔਰਤਾਂ ਵਿਚਾਰੀਆਂ ਬਿਲਕੁਲ ਮਲੰਗੜੀਆਂ ਜੀਆਂ ਬਣ ਕੇ ਫਿਰਨ ਡੀਆਂ ਪਿੰਡ 'ਚ। ਉਹ ਸ਼ਹਿਰ ਟੁਰ ਜਾਵਾਂ ਉੱਥੇ ਬੂਟੀ ਪਾਰਲਰ ਤੇ ਹੈ ਨਾ। ਬੇਗਮ ਮੇਰੀ ਜਿਹੜੀ ਉਹ ਮੇਰੇ ਨਾਲ ਟੁਰਦੀ ਜੱਚੇ ਤੇ सही। नहीं, वाकई हुकूमत को देहातों की तरफ तवज्जो देनी चाहिए। वहाँ पे जो बुनियादी सहूलतें हैं वो तो कम अज़ कम फराहम करनी चाहिए, वरना वहाँ पे जो दस्तयाब अफरादी क़ुव्वत है ज़राअत के लिए वो संगीन हदों को छू रही है। यानी चंद साल पहले तक 1 एकड़ अराजी काश्त करने के लिए जो दस्तयाब अफरादी क़ुव्वत थी वो 7 थी, आज 2 रह गई। अब बिल्कुल सही आंदे ने बाबूरिया, कुछ बरे पहले तक 1 एकड़ वास्ते 7-7 राणे लभ जांदे ते हुण मेरा ख्याल है पूरे पिंड 'च 2 राणे जे, एक मेरा राणा जे ते एक दूजा राणा है, और पागल है बेचारा। ਚਾਚਾ ਉਹ ਪਤਾ ਨਹੀਂ ਰਾਣਾ ਅਸਲੀ ਹੈ ਕਿ ਨਹੀਂ, ਮੈਂ ਤੇ ਤੇਰੇ ਸਾਹਮਣੇ ਹੋਇਆ ਰਾਣਾ, ਮੇਰਾ ਤੇ ਤੂੰ ਗਵਾਹ ਹੈ। ਆਹੋ ਪੁੱਤਰ ਮੈਨੂੰ ਯਾਦ ਹੈ ਚੰਗੀ ਤਰ੍ਹਾਂ, ਸਾਰੀ ਬਰਾਦਰੀ ਬੈਠੀ ਸੀ, ਤੂੰ ਸਾਰਿਆਂ ਦੇ ਵਿੱਚ ਕਿਹਾ ਸੀ ਲਓ ਜੀ ਅੱਜ ਤੋਂ ਬਾਅਦ ਮੈਂ ਰਾਣਾ ਜੇ, ਮੈਨੂੰ ਅੱਜ ਤੋਂ ਬਾਅਦ ਕੋਈ ਨਾ ਕਵੇ ਕਿ ਪਰਾਤ ਵਜਾ ਕੇ ਗਾਣਾ ਸੁਣਾ। अच्छा, परात बजा के गाना भी सुनाते रहो साहब। ਹਾਂਜੀ ਉਸੇ ਪਰਾਤ ਵਿੱਚ ਸਵੇਰੇ ਫਿਰ ਬੱਸਾਂ 'ਚ ਆਲੂ ਚਨੇ ਵੀ ਵੇਚਦਾ ਸੀ। ਮਗਰ ਜਦੋਂ ਆਲੂ ਚਲਿਆਂ ਨਾਲ ਵੀ ਪਰਾਤ ਭਰੀ ਹੁੰਦੀ ਸੀ ਤੇ ਕਾਕਾ ਇਹ ਵੀ ਦੱਸਣਾ, ਜੇ ਕਿਸੇ ਗਾਣੇ ਦੀ ਫਰਮਾਇਸ਼ ਕੀਤੀ ਤਾਂ ਉਹਨੂੰ ਨਾ ਨਹੀਂ ਕੀਤੀ, ਪਰਾਤ ਥੱਲੇ ਰੱਖ ਕੇ ਬੱਸ ਵਜਾ ਕੇ ਗਾਣਾ ਸੁਣਾਤਾ। ਹਮ ਭੂਲ ਗਏ ਹਰ ਬਾਤ ਮਗਰ ਤੇਰਾ ਪਿਆਰ ਨਹੀਂ ਭੂਲੇ, क्या क्या हुआ दिल के साथ, क्या क्या हुआ दिल के साथ मगर तेरा प्यार नहीं भूले। ਬਾਊ ਜੀ ਉਹ ਸ਼ੁਕਰ ਲੱਗਣਾ ਬੱਸ 'ਚ ਕਈ ਸਵਾਰੀਆਂ ਨੇ ਕਹਿਣਾ ਰਾਣਾ ਆਪ ਵੀ ਕਾਲਾ ਤੇ ਅੱਗੋਂ ਚੋਲੇ ਵੀ ਕਾਲੇ ਲਾਏ। लेनी एक छोटी सी कमर्शियल ब्रेक, हमारे साथ रहिएगा। मैं एक बंदे को लिफाफे में 200 का नोट डाल के ना तो दे दी। मैंने कहा इसको क्या पता लगना है किसने दिया। लो जी मैं जो रोटी खान लगा तो बंदा आके मैंने पीछे खलो के कहता माशाल्लाह देते 200 ने तो गोश्त तो 650 का पाया। अच्छा भाईजान, दिसंबर का महीना आमतौर पे शायरी में तो कहा जाता है कि रोने धोने का महीना है। आमतौर पे बहुत मजाक उड़ाया जाता है, सोशल मीडिया पे तो बहुत ज्यादा इस पर बात होती है। लेकिन मेरा ख्याल दिसंबर और जनवरी का जो स्टार्ट है ये शादियों का सीजन, शादियां अपने मतलब नुक्ता अरूज पर हाँ होती जी हाँ जी, मैं उस दिन कह नहीं था रहा कि शादियां तो इतनी हो रही हैं कि लग रहा है या तो शादी हाल मुफ्त मिल रहे हैं तो या फिर गवर्नमेंट ने इजाजत दे दी है खानदानों के दूजा ब्याह करो जरूर। आमीन। अच्छा, असल बात पता है क्या है? क्या हो गया या अल्लाह मुझे माफ कर देना, इसने आमीन कहा। यार दूसरी शादी के लिए सरकार की इजाजत नहीं, बड़ी सरकार की इजाजत चाहिए। वो तो इजाजत नहीं बिस्ती चाहिए। मेरी बात तो सुन लो, ये शादियों के सीजन में कुछ बातें मेरे ज़हन में आ रही थी, कुछ ख्यालात हैं जिनमें सबसे ज्यादा जिसकी मैं बात करना चाह रहा था, आमतौर पे अब ये देखने में आ रहा है कि जो पिछली हुकूमत थी, सूबाई हुकूमत शहबाज शरीफ की, उसमें
آپ جو مرضی اختلاف کرتے پھر سیاسی طور پہ ادھر ہوں ایک کارنامہ تھا جس پہ واضح طور پہ یہ تھا کہ ان کی پرائیورٹی نمبر 1 تھی، وہ یہ تھی ون ڈش کی پابندی. انتہائی سختی تھی اور اس کی جو خلاف ورزی تھی خال خال دیکھنے میں آتی تھی. یعنی اگر کہیں خلاف ورزی ہوتی تھی وہ خبر بنتی تھی. جی بالکل. اور اب یہ دھیرے دھیرے نہیں، بہت تیزی کے ساتھ یہ ون ڈش کی پابندی جو ہے یہ ختم ہوتی جا رہی ہے. خدا کے لیے میں یہ پی ٹی آئی کی وفاقی حکومت سے بھی اور صوبائی حکومت سے بھی درخواست کرتا ہوں، یہ پابندی جو ہے اس نے لاکھوں لوگوں کا بھرم رکھا ہوا ہے، اس کو ٹوٹنے نہ دیں. اور دوسری بات یہ کہ ایک اور میں اسی حوالے سے بات کرنا چاہتا ہوں کہ اب خلاف ورزی کے نت نئے طریقے نکل آئے ہیں. مختلف جگہ ہیں جہاں پر پابندی نام کی چیز ہی کوئی نہیں ہے، جیسے فارم ہاؤسز میں شادی. اب وہاں یہ سمجھتے ہیں کہ کوئی پابندی نہیں ہے، لیکن ایک وقت تھا کہ فارم ہاؤسز کیا آپ اپنے گھر کے اندر بھی اگر اس پابندی کی خلاف ورزی کرتے تھے تو 1 گھنٹے کے اندر اندر پولیس وہاں پہ پہنچ جایا کرتی تھی. ایک اور جگہ ہے جو بالکل اس پابندی سے ماورا ہے، وہ ہے کنٹونمنٹ کے علاقے. میں مطلب اگر آپ کی مینجمنٹ چاہے عسکری ہے چاہے سویلین ہے، اگر ملکی قانون موجود ہے تو اس کی پابندی ہے اور اس کا اطلاق جو ہے میرا خیال یکساں طور پہ ہونا چاہیے. یہ نہیں ہونا چاہیے کہ سویلین علاقوں میں جو ہے یہ پابندی ہے اور جو دیگر علاقے ہیں وہ اس پابندی سے ماورا ہے. میرا خیال اصل میں دھیان نہیں نا ابھی تک کسی نے دیا، ورنہ چیف آف آرمی اسٹاف ہمیں ہلکا سا اشارہ ہی کر چھوڑے تو ہونا چاہیے، ہونی چاہیے. اور اس پابندی پر اسی شد و مد کے ساتھ عمل ہونا چاہیے جس طرح پہلے ہوا کرتا تھا. بالکل. ہاں جی. اور یہ ابھی انٹرسٹ لیا ہے چیف جسٹس صاحب نے وقت کے حوالے سے شادیوں کے، تو میرا خیال ہے اسی کیس کے دوران یہ بھی ایک آرڈر دوبارہ کر چھوڑیں کہ بھائی ون ڈش کی اگر پابندی کسی نے چھیڑنے کی کوشش کی تھی انہیں سوٹیاں بھی بجن. ایک دوسری بات جو میرے ذہن میں آ رہی تھی وہ یہ ہے کہ ہم نے یہ کیوں فرض کر لیا ہے کہ بچوں کی شادیاں جو ہیں یہ دسمبر میں ہی کرنی ہے، ان سردیوں کی چھٹیوں میں ہی کرنی ہے. اس سے مطلب ایک تو چھوٹے چھوٹے ایڈوانٹیجز بھی ملتے ہیں لیکن بہت زیادہ مسائل بھی پیدا ہو رہے ہیں. یہ جو شادیوں کا سیزن ہے جو 10-15 دن یا 20 دن تک محدود ہو کے رہ گیا ہے اور پورے وطن عزیز کے جتنے جوڑے ہیں وہ اسی مہینے میں جو ہے وہ شادی کے بندھن میں بنتے یہاں ہیں. پہ کچھ تھوڑی بہت جو وجوہات ہیں ان میں دلچسپ وجہ تو یہی کہتے ہیں نا جی کہ خواتین کے حوالے سے جی میک اپ شیک اپ کرنا ہوتا ہے اور پسینہ نہیں آتا، میک اپ ذرا سنبھلا رہتا ہے. اور ایک عذاب بھی ہے خواتین کو کہ ان بیچاریوں نے کپڑے اتنی ٹھنڈ میں وہی پہننے ہوتے ہیں جو سوٹ ان کو اچھا لگے. وہ کیا ایک بڑا لطیفہ مشہور ہے نا کہ 2 جانوروں کو فل سردی میں بھی سردی نہیں لگتی، ایک برفانی ریچھ اور ایک شادی پہ جانے والی خاتون. یہ تو ویسے بولتے جا رہے ہو. جو اصل اس کی جو بنیادی وجہ ہے وہ سردیوں کی چھٹیاں ہیں اور عام طور پہ وہ بچوں کی چھٹیاں ہوتی ہیں تو آپ کے جو رشتہ دار دوسرے ملکوں میں مقیم ہوتے ہیں دوسرے شہروں میں بھی ان کے لیے آسان ہے کہ وہ شادی اٹینڈ کر سکیں. نہیں خیر چھٹیاں تو گرمیوں میں بھی ہوتی ہیں بلکہ 2.5 مہینے کی ہوتی ہیں. عزیزی گرمیوں میں برات بیٹھی ہوتی ہے، کہاں پنکھا لگائیں گے؟ تو سردیوں میں بسترے پورے نہیں ہوتے. اب ایسے ایک بات یہ بھی ہے کہ باہر کے ملکوں میں بھی اور ادھر بھی سردیوں کی چھٹیاں جو ہیں وہ میرا خیال ہے ایک کو کٹھی ہوتی ہیں، 10 کو چھٹیاں ہوتی ہیں، اس لیے باہر کے رشتہ دار جو ہیں ان کا بھی آ جاتے ہیں. اب ویسے تو پا جنید یہ بڑا میرا خیال ہے ذہنوں میں لوگوں کے جو مسئلہ ہے وہ بڑا وہ یہی ہوتا ہے کہ سردیوں میں کپڑے شپڑے یہ وہ پہننے کا لوگوں کو مزہ آتا ہے، سوٹڈ بوٹڈ ہو جاتے ہیں. گرمیوں میں یہ گرمی ہوتی ہے، اس سے جو ہے نا وہ مسائل بھی بڑے مطلب سامنے آ رہے ہیں. مطلب ایک ہی فیملی میں آپ کی ایک ہفتے کے اندر ہی بلکہ ایک دن میں 2-2 3-3 شادیاں ایک ہی فیملی میں سامنے آ جاتی ہیں جو ناراضگیوں کا باعث بنتی ہیں کہ آپ اس میں گئے اس میں نہیں گئے، اس میں مطلب آپ کے لیے شادیاں جو ہے وہ مینج کرنا مشکل ہو جاتا ہے. اور ایک اور بات بھی ہے، کوئی اس کو تسلیم کرے یا نہ کرے کہ ہمارے ہاں بہرحال ایک رواج ہے، رسم ہے جو بڑی خوبصورت بھی ہے بعض حوالوں سے کہ لوگ کنٹریبیوٹ کرتے ہیں فائنینشلی، جا کے سلامی دیتے ہیں. اس سے ظاہر ہم اس کا پہلے بھی ذکر کر چکے ہیں کہ جو شادی کا اہتمام کر رہا ہوتا ہے اس کے لیے ایک آسانی بھی پیدا ہو جاتی ہے. بڑی پیاری رسم ہے. ہاں لیکن اس میں بھی مسائل یہ پیدا ہو جاتے ہیں کہ جب ایک ہی ہفتے میں یا ایک ہی مہینے میں 5-6 شادیاں جو ہیں جو دینے والے کو
पैसे देने पड़ते हैं, तो उसके लिए एक फाइनेंशियल बर्डन भी होता है। कोई फिर बात एक- नहीं यार, अपने 2000 दे तुसी भान करा लो। अच्छा, इसके अलावा भी तो मसाइल है ना। अब शादी हॉल्स जो है उनकी बुकिंग जो है वो एक बहुत बड़ा मसला है। लोग सिफारिशें करवाते हैं, आप एक ही पैसे महीने बढ़ा में। देते हैं ये लोग बहुत हाँ, ज्यादा। अच्छा, फिर वो पैसे बढ़ा से बिल्कुल ऐसा भी होता है। फिर ट्रैफिक का जो रश है, ये आप देखते हैं इस महीने में बाकायदा अगर आपने किसी शादी की तकरीब में पहुंचना है तो अगर आप नॉर्मली 1 घंटे में पहुंचते हो तो आपको 2.5 घंटे पहले रखने पड़ते हैं। यार बात पता है क्या है कि हर जगह पे कवानीन होने चाहिए। हाँ जी। फौरी तौर पे जब आप देखते हैं को गड़बड़ होते हुए किसी भी पोर्शन में अपने मुल्क के किसी भी हवाले से, तो फौरन उसमें को कानून साजी हो जानी चाहिए। नाफिज होना चाहिए। मैं एक बंदे को सुना रहा था कि चाइना में एक बच्चे की इजाजत है, एक बच्चा पैदा करने की, और दूसरे बच्चे पे वो पता नहीं काफी सारे पैसे लेते हैं। वो कहते हैं ये क्या बकवास है, ये पर्सनल इस तरह का फैमिली का मैं यार गल सुन। जहां पे घरेलू जो मुश्किलात हैं वो भी हाथ से निकलती हुई नजर आए ना, तो फिर जागी हुई जो कौमें और बाकायदा सोच विचार करने वाली हुकूमतें हैं वो इस हद तक इन्वॉल्व होती हैं। अब बेड़ा गर्क अपना कर ले आज ना, बाल जम के इन्ना बाल हो गया कि अल्लाह माफी दे, एडा गोगा नहीं नजर आंदा बालें कहाँ पे बाल हो गए यार, ये वेग उतारो यार सर, वो तक बाल नहीं आते थे। मैं बाल बच्चे की बात कर रहा हूँ। और इसी हवाले से ये जो शादियों का सीजन है, हाँ जी। बड़े आराम से इसमें कानून साजी हो सकती है। हाँ। वो बेशक आप इस हवाले से कर देंगे जी आपके 4 बच्चे हैं, एक तो हाँ सर्दियां च आना है, एक गर्मियां च आना, या आप बाकायदा इलाकों के पोर्शन बना के, बाकायदा हल्के बना के, तो उसमें कह सकते हैं जी इस महीने में इस हल्के की शादियां होंगी, उस महीने में उस अच्छा, हल्के की जब- शादी, ये जब कर हम- कुछ भी कोई इस 4 तरह- सियाने बंदे बालो यार, मेरे को क्यों पूछते हो? इस तरह की जब हम कानून साजी की बात करते हैं ना, जहाँ पे कोई मतलब जो पर्सनल लिबर्टीज हैं उन पर बज़ाहिर रिस्ट्रिक्शन नजर आती है, तो यानी जो शख्सी आजादियां हैं, हम कहें ये ऐसे करना है, ऐसे करना ऐसे करना है, है। तो लोग समझते नहीं यार ये तो ज्यादती है, ऐसे कैसे हो सकता हाँ, है। ये लेकिन भी है। दुनिया भर में ऐसा होता है, ऐसे कवानीन मौजूद है। यहाँ पर जिन बातों का मजाक समझते हैं, दुनिया में उन्होंने अपने माशरों को रेगुलेट करने के लिए, अपनी इकोनॉमीज को रेगुलेट करने के लिए इस तरह की कानून साजी की है। Oh yes, ये मेरा यस जरूर लाना प्रोड्यूसर साहब, ये इंग्लिश लहजे का यस है। सर जी, ये इस्लामिया देना अब कोई इतना अब मसला नहीं है। अच्छा, ये थैला हफ्ते में 4 शादियां भुगतता है। जब भी दूल्हे को इस्लामिया देने का टाइम आता ना, ये कभी वाशरूम में होता है, कभी बाहर होता है, कभी सिगरेट पीने चला जाता है। नहीं, ये तो एक और बड़ा अच्छा काम करता है ना, इसने लिफाफे जो होते हैं ना जिनमें वो डाल के सलामी पैसे देते अब हैं, देते हैं, एनवेलप, वो इसने खरीदे हुए हैं। अच्छा। हाँ जी, खाली दे आंदा है, और ना ही इसने वो लिफाफे के ऊपर नाम लिखना होता है। उनको क्या याद रहना है कि किसका लिफाफा है, या इसने खाली दिया था या खाली है तो क्या है, वही सोचते रहते हैं यार पैसे होंगे डिग पे विचों। ये तो मुझे बता रहा था, कहता था मैं अगर जरूरत पड़े तो दूल्हे की जेब से निकाल के तो दूल्हे को दे देता हूं। सर एक दफा ही किया था ऐसा। हालांकि ये नहीं पता कि कई लोग ऐसे होते हैं जिनको आप लिफाफा पकड़ाते हैं तो वो फटाफट इधर उधर होके तो देख लेते हैं। हाँ, मेरे साथ ऐसे हुआ है। मैं एक बंदे को लिफाफे में 200 का नोट डाल के ना तो दे दी। मैंने कहा इसको क्या पता लगना है किसने दिया। लो जी, मैं जो रोटी खान लगा तो बंदा आके मैंने पीछे खलो के कहता माशाल्लाह देते 200 ने, तो गोश्त तो 650 का पाया। आगे से डीट नहीं हुआ, कहता है 350 की तो बीच में हड्डियां हैं। नहीं गल फिर सीधी करनी चाहिए जो उन्हें भी सीधी की थी। मैं हाँ भाई जी 650 का इताम बनता कि सारी पुठ होवे ते अब सीने दियां भी जे बोटियां देना 200 ते मंगनी पुठ, इथों उठ। नाज़रीन, यहाँ में लेना एक छोटा सा वक्फा, हमारे साथ रहिएगा। एहतसाब का अमल पीटीआई वालों की तरफ नहीं जा रहा, इसके बारे में कुछ रोशनी डालना चाहेंगे आप? ये देखो ना जरा कितनी अच्छी बात की है ये नाक चेक करने वाली बैटरी ने। नाज़रीन, आज एक मरतबा फिर बहुत दिनों के बाद हमारे साथ मौजूद है मोहतरम जनाब मौलाना फजलुर रहमान साहब। अस्सलाम वालेकुम मौलाना। वालेकुम अस्सलाम। मौलाना कहाँ आए हैं आजकल आप? ये आपके सामने क्या KFC वाला बाबा बैठा हुआ? ये मौलाना ही बैठे हुए हैं। मेरा मतलब है कि नजर नहीं आ रहे खबरों में, टीवी पे, कहीं जलसो जुलूस, कुछ कहीं दूर दूर तक अता पता ही नहीं। असल में मिस्टर जुनैद सलीम साहब
آپ کی آنکھیں بدل گئی ہیں، آپ کی نظر بدل گئی ہے. نہیں کیسی بات کر رہے ہم تو ادھر ہی ہے جب سے یہ گلی ڈنڈے والے لڑکے کی حکومت آئی ہے. مولانا گلی ڈنڈا نہیں، بیٹ گیند والے لڑکے کی حکومت. ایک منٹ ٹھہر جاؤ گلی دے منڈے، ہم تو ادھر ہی بیٹھے ہوتے ہیں. میں پروگرام دیکھتا رہتا ہوں، وہ آپ نے کبھی وہ بٹایا ہوتا ہے بزدار عثمان، کبھی وہ بٹایا ہوتا ہے وہ پہلوان چودھری، کیا نام ہے اس کا، وہ فواد جیلم والا. چودھری. وہی اسی طرح کے لوگ اب آپ کی ترجیحات میں ہیں، جو اصل دانشور ہیں، جو اصل گفتگو کرنا جانتے ہیں، وہ تو بیچارے پگڑی باندھ کے گھر ہی بیٹھے ہوتے ہیں. اچھا مطلب یہ فرمائیے، آپ کا ایک بیان نظر سے گزرا تھا کہ آپ ملین مارچ کی تیاری کر رہے ہیں، یہ کب تک متوقع ہے؟ اور ملین آپ کو پتا ہے نا کہ ملین کا مطلب 10 لاکھ لوگ ہوتا ہے کم از کم. یہ آپ بھی جانتے ہیں بڑی اچھی طرح جنید صاحب کہ اللہ تعالیٰ کے فضل و کرم سے پاکستان میں جب فضل الرحمان آواز دے گا تو جتنا آدمی تعداد میں باہر آئے گا سڑک کے اوپر، اتنا کسی اور پارٹی کے کہنے پہ نہیں آئے. یہ جانتے ہیں آپ بھی اور آپ نے دیکھا بھی ہے. نہیں تو ویڈیو ریکارڈ نکال لیں. یہ جو لاکھوں کی باتیں کرنے والے لوگ ہیں، ان کے بھی آدمی گن لیں اور ہمارے بھی آدمی گن لیں. اور اللہ کے فضل سے ہمارا جلسہ ان کی طرح نہیں ہوتا کہ 10-10 فٹ پہ ایک آدمی کھڑا ہوتا ہے یا 10-10 فٹ دور کرسی لگی ہوتی ہے. ہماری آپ کبھی بھی کہیں گیدرنگ دیکھیں گے تو اللہ کے فضل سے کندھے کے ساتھ کندھا ملا ہوتا ہے اور بھرپور طریقے سے شرکت کرتے ہیں. یہ ان کو بھی پتہ ہے. ایسے ہی نہیں ابھی طلال چودھری نے بیان دیا کہ اگر مولانا فضل الرحمان کی بات سن لیتے تو آج حالات کچھ اور ہوتے. اچھا نہیں مولانا، یہ جو آپ فرما رہے ہیں کہ باقی جلسوں میں 10-10 فٹ پہ کرسی پڑی ہوتی ہے، تو اگر ہمارے گوگا جی جائیں گے تو پھر تو یہ ایک بندہ 10-10 فٹ والی کرسی پہ جگہ پہ بیٹھے گا نا. نہیں تو گوگیوں کا جلسہ تو نہیں نہ ہوگا، گوگا تو ایک آدھی ہوگا. اب سارا جلسہ تو گوگیوں سے بھرا ہوا نہیں ہو سکتا. جس طرح انہوں نے عوام کا بیڑا غرق کر دیا ہے، بیچاروں کو بھوکا مار دیا ہے، اب تو زیادہ تر زلفی نظر آتے ہیں. گوگا تو پورے گاؤں میں ایک آدھ ہوتا ہے اور زلفی تو اتنے پھر رہے ہیں، اللہ معاف کرے. یہ جو 100 دن ان کی حکومت آئی ہے، کئی گوگے بیچارے زلفیاں بن گئے. اب تو بیچارے اتنے کمزور ہو گئی ہے پاکستانی عوام کہ 15-20 اکٹھے گئی ہوں تو لگتا ہے مسواکوں کا گٹا کڑا ہے. لیکن یہ اللہ کا شکر ہے کہ مولانا آپ کی صحت پہ کوئی فرق نہیں پڑا. دیکھیے اللہ کے فضل سے ہم جیسی پہلے سوچ کے مالک تھے ویسے ہی ہم بدلتے نہیں ہیں. ہم کوئی لوٹا پارٹی نہیں ہے. ہمارا جو ذہن ہوتا ہے وہی ہوتا ہے. ہم اپنی سوچ کے ساتھ چلتے ہیں، ہم کسی کی سوچ کے ساتھ نہیں چلتے. اور ابھی یہ دیکھنا آپ دور تک نظر دیکھنے والی صرف ایک ہی شخص کی ہے، وہ فضل الرحمان کی. یہ دیکھنا ابھی ان کی حکومت پہ بڑا کڑا وقت آنے والا ہے. اچھا اللہ کے فضل سے میں دور کی نظر رکھتا ہوں. میں تو جنید بھائی اتنی دور تک دیکھ لیتا ہوں کہ یہ جو چاند پہ مائی چرخہ کاٹ رہی ہے، میں نے اس کو کئی دفعہ بتایا ہے کہ اماں جی آپ چرخہ چلاتی جا رہی ہیں، دھاگا تو ٹوٹ گیا ہوا. اسی طرح میں آج آپ کو بتا رہا ہوں کہ اس جعلی حکومت کا بھی دھاگا ٹوٹنے والا ہے. یہ تو حکومت اس قدر جعلی ہے، جتنی جعلی گاؤں میں پیپسی کی بوتل ملتی ہے نا، اتنی جعلی یہ حکومت ہے. اچھا تو وہ چرخے والی مائی سے رابطہ کیسے ہوتا ہے؟ موبائل کے ذریعے کیسے بتایا آپ نے؟ دور تک دیکھ لیتا ہوں. نہیں وہ تو دیکھ لیا آپ نے، پھر بتایا کیسے، آواز کیسے دی اس کو آپ؟ ٹیلی فون پہ ہی بات ہوتی ہے نا، اس کا نمبر میرے پاس نہیں ہے، میرا نمبر اس کے پاس ہے. وہ فون کرتی ہے کسی وقت دعا دارو کروانے کے لیے کہ بیٹا دعا کرنا میری صحت خراب ہے آج کل، تو پھر میں اس کو ساتھ یہ بھی بتا دیتا ہوں یہ چرکے مرکے کی باتیں. اور اس لیے بھی میں جنید صاحب اس کا ویل وشر ہوں کہ اگر وہ مائی بھی نہ رہی تو پھر چاند میں تو بالکل ہی بے رونقی ہو جائے اور انگریز جانا چھوڑ دے گا. اللہ کے فضل سے نظر تو اتنی دور تک جاتی ہے کہ یہ جب بھی کرکٹ میچ ہوتا ہے، بے شک نیوزی لینڈ میں ہو، بے شک ساؤتھ افریقہ میں ہو، ٹی وی پہ ہرگز نہیں دیکھتے.
اپنے گھر بیٹھ کے ڈائریکٹ اسٹیڈیم میں دیکھتا ہوں. ਮੌਲਾਨਾ ਇੰਨੀ ਦੂਰ ਤੱਕ ਵੇਖ ਲੈਂਦੇ ਹੋ, ਵੇਖੋ ਆ ਕਿਸੇ ਦਰਖਤ ਤੇ ਛੋਟੀ ਮੱਖੀ ਦਾ ਖਾਲਸ ਸ਼ਹਿਦ ਲੱਗਾ ਹੈ. پہلی بات تو یہ اچھی کی ہے تم نے کہ تم نے چھوٹی مکھی کا ذکر کیا, بڑی مکھی کا ذکر نہیں کیا. اس سے یہ ثابت ہوتا ہے کہ تم بڑوں کا ادب کرتے. دوسری بات اس میں یہ ہے کہ اگر تم بڑی مکھی کا ذکر کرتے تو تمہاری خاندانی دشمنی بھی چل سکتی تھی. اور رہ گئی بیٹا شہد کی بات, تو تم نے شہد کیا کرنا ہے, گڑتی تو تمہیں ضرور کسی نے دے دی ہوگی. ਮੌਲਾਨਾ ਸਾਹਿਬ ਬਿਲਕੁਲ ਸਹੀ ਕਹਿ ਰਹੇ ਤੁਸੀਂ. ਛੋਟੀ ਮੱਖੀ ਇਹਨੂੰ ਵੜਦੀ ਹੈ, ਵੱਡੀ ਮੱਖੀ ਤੇ ਇਹਨੂੰ ਫੜ ਕੇ ਚਪੇੜਾ ਮਾਰਦੀ ਹੈ. یہ زیادتی ہے بڑی مکھی کی, کتنا برا لگتا ہوگا اس کو ایسے مار رہی ہوگی. ایک اور تم کو بات بتا دوں, اس چکر میں نہیں پڑتے کہ چھوٹی مکھی کا شہد, بڑی مکھی کا شہد. یہ مکھی بڑی چھوٹی ہوتی ہے, شہد بڑا چھوٹا نہیں ہوتا. ایک شہد بڑا چھوٹا نہیں ہوتا اور ایک انسان بڑا چھوٹا نہیں. واہ, یہ ہوئی نا بات. سب ایک جیسے برابر ہوتی ہے. اچھا مطلب سارے انسان برابر ہوتے ہیں, تو کیا گوگا زلفی کی پینٹ پہن سکتا ہے؟ میں نے انسانوں کی بات کی ہے, پینٹ کی بات نہیں کی. میں دانشور ہوں, درزی نہیں ہوں. ہاں تو بات ہو رہی تھی ملین مارچ کی. اللہ کے فضل سے میری آواز سے پورا پاکستان سڑکوں پہ آ جائے. میں تو صرف اس لیے آواز نہیں دیتا کہ اگر سارا پاکستان سڑکوں پہ آ گیا تو پیچھے ان کے گھروں میں چوری نہ ہو جائے. اس لیے یہ جو مینڈیٹ چوری کر کے حکومت بنائی گئی ہے, اس کو یہ خیال رکھنا چاہیے کہ جس دن میں آواز دوں گا ان کی حکومت ٹوٹ جائے گی. اچھا مولانا, یہ احتساب کا عمل پی ٹی اے والوں کی طرف نہیں جا رہا, اس کے بارے میں کچھ روشنی ڈالنا چاہیں گے آپ؟ یہ دیکھو نا ذرا, کتنی اچھی بات کی ہے یہ ناک چیک کرنے والی بیٹری نے. جواب دینا واللہ. یہ جو احتساب ہو رہا ہے یہ انتقام لیا جا رہا ہے, یہ احتساب نہیں ہو رہا. اس لیے ڈرے حکومت اس وقت سے جب ساری اپوزیشن اکٹھی ہو کے یکجان ہو کے فضل الرحمان کے پروں کے نیچے آ جائے گی, اور پھر ان کا اور فضل الرحمان کا 1-to-1 مقابلہ ہوگا. ناظرین یہاں میں لینا ایک چھوٹا سا وقفہ, ہمارے ساتھ رہیے. اچھا بھائی جان, آج یہ ویڈیوز اور تصویروں کے سیگمنٹ میں پہلے میں آپ کو ایک تصویر دکھانا چاہتا ہوں جو ہمارے بہت ہی ہونہار رپورٹر حسن رضا صاحب نے اتاری ہے ایک خاص اینگل کے ساتھ. یہ لاہور میں آج ہم نے جب سے پی ٹی اے کی گورنمنٹ آئی ہے پہلی بار دیکھا ہے کہ خوشامدی جو بینرز ہیں, جو سٹنگرز ہیں, جو ہینگرز ہیں, وہ لگے ہوئے ہیں. اور میرا خیال ہے کہ شروع میں اس عادت بد کا قلع کما کرنا چاہیے, اور پی ٹی آئی کی گورنمنٹ کو اس بات کا نوٹس لینا چاہیے کہ یہ جو خوشامدی بینر لگتے ہیں یہ سرکاری خزانے کو کتنے میں پڑتے ہیں. یہ کوئی صاحب ہے جو گجرانوالہ میں کوئی کونسلر ہے صرف, اور انہوں نے یہ بزدار صاحب کی تصویریں لگا کے اور ساتھ ان کے مشیران کی تصویریں لگا کے ان کو خوش کیا ہوا ہے, اور مفت میں. یعنی یہ مال روڈ اور ایک دو جو روڈز ہیں لاہور کی جو A+ کیٹیگری میں آتی ہیں, پی ایچ اے کی جو مارکیٹنگ ہے اس کے حوالے سے, پیسوں کے حوالے سے, اگر آپ 100 بینر لگاتے ہیں تو آپ کو 6 لاکھ روپے فیس دینی پڑتی ہے. لیکن یہ جب آپ کسی حکمران کی تصویر لگا دیتے ہیں, سی ایم کی تصویر لگا دیتے ہیں, اور آپ ذاتی پبلسٹی کر رہے ہوتے ہیں لیکن سی ایم کی تصویر لگا کے آپ مفت پبلسٹی کرتے ہیں, لیکن قومی خزانے کو کتنے کا نقصان پہنچاتے ہیں اس کا کسی کو کوئی اندازہ نہیں. اب بالکل آپ کی بات ٹھیک ہے, یا پھر اسے اس طرح کہہ لیں کہ اگر آپ نے کسی کو داد دینی ہے اپنے لیڈر کو تو پھر پیسے خرچ کے داد, خوشامد کرنی ہے تو پھر پوری کریں. پھر پتا ہو کہ آپ نے پیسے خرچ کر کے خوشامد کی ہے, سرکاری خزانے کو تو نہ نقصان پہنچائیں. یار جب پیسے اس نے خرچ دیے پھر کا دی خوشامد ہے. نہیں, میں نے اس لیے اس طرف توجہ دلائی ہے کہ یہ پہلا ہے نا
اس کے بعد بزدار صاحب کو مال روڈ پہ اپنی تصویریں اس طرح آویزاں ہوئی اچھی لگنے لگیں گی، تو اس سے پہلے کہ وہ اس نشے کے عادی ہو جائیں ابھی اس کا قلا قمع کر دیں۔ اچھا جی یہ پہلی ویڈیو دیکھیں، اتار لیتے ہیں۔ اچھا یہ سعودیہ کے دارالحکومت ریاض میں پچھلے دنوں بڑی شدید بارش ہوئی ہے، تو جو عرب ہمارے بھائی ہیں ان کو بہت کم عادت ہے شدید بارش کی، ان کو ظاہر ہے کہ جب بارش کم ہوتی ہے تو دیکھیں قبرستان میں بھی کیسے کیسے کاروبار جاری ہیں، انسان کی موت کو بھی کاروبار بنا لیا ہے۔ یہ دیکھیں کس چیز کا اشتہار ہے، یہ فائبر گلاس کی قبر ہے، لائف ٹائم گارنٹی کے ساتھ۔ لائف ٹائم گارنٹی، قبر کی لائف ٹائم گارنٹی، دیکھو ذرا کس چیز کی گارنٹی دے رہا ہے، 1 گھنٹے میں جس کی اپنی کوئی گارنٹی نہیں ہے اس چیز کی گارنٹی دے رہا ہے۔ دیکھو نا یار فائبر گلاس کی قبر، اندروں مردہ فون کرن دیا ہوئے، او بھائی چھت تریڑی گئی جی جسے انہیں پیسے دیتے ہیں جی۔ اس کو بھی لوگوں نے سٹیٹس سمبل بنا لینا ہے، وہ ہمارا دادا تو فائبر گلاس میں دفن ہے۔ اچھا یہ ایک اور انوویشن ہے، انجینئرنگ انوویشن۔ ناظرین یہ تھا آج کا اس پہ حال، اور آج کی پتے کی بات یہ کہ کچھ چیزیں زندگی میں ایسی ہیں جو خواہش کے باوجود انسان نہیں خرید سکتا، جیسے دوست، خوشی، وقت اور چلغوزے۔ خوش رہیں، خوش رکھ کے آپ سے ملاقات ہوگی انشاءاللہ اگلے ہفتے۔ اللہ حافظ۔